ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ आदि गुरे नमः जुगाद गुरे नमः सतगुरे नमः श्री गुरुदेवे नमः। सुखमनी सुख अमृत प्रभ नाम भगत जना कै मन विश्राम। गुरु महाराज की कृपा दे नाल ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੰਗਤਾਂ ਦੇ ਨਾਲ ਸੱਚੇ ਪਾਤਸ਼ਾਹ ਅੱਜ ਸਾਡੇ ਪਾਸੋਂ 8ਵੀਂ ਅਸ਼ਟਪਦੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੇ ਬਾਰੇ ਸਾਨੂੰ ਸਮਝਾ ਰਹੇ ਹਨ। ਆਓ ਅਸੀਂ ਤੁਸੀਂ ਤੇ ਮੈਂ ਸਾਰੇ ਸਮਝੀਏ। ਸ਼ਲੋਕ ਵਿੱਚ ਦੱਸਦੇ ਹਨ, 8ਵਾਂ ਸ਼ਲੋਕ ਕਹਿੰਦੇ ਹਨ, ਵਾਹਿਗੁਰੂ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਗੁਣ ਦੱਸਦੇ ਹਨ ਇਸ 8ਵੀਂ ਅਸ਼ਟਪਦੀ ਦੇ ਅੰਦਰ। ਗੁਰੂ ਮਹਾਰਾਜ ਸਾਨੂੰ ਕਹਿੰਦੇ ਹਨ ਬ੍ਰਹਮ ਗਿਆਨੀ ਦੇ ਕੈਸੇ ਗੁਣ ਹਨ। ਉਹਦਾ ਮਨ ਵੀ ਸੱਚਾ ਹੁੰਦਾ ਹੈ ਔਰ ਮੁਖ ਵੀ ਸੱਚਾ ਹੁੰਦਾ ਹੈ। ਜਿਵੇਂ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਜੀਓ ਮੈਲੇ ਬਾਹਰੋਂ ਨਿਰਮਲ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਫਿਰ ਉਹਦੀ ਅਗਲੀ ਜੋ ਪੌੜੀ ਹੈ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਐਸੇ ਸਤਿਗੁਰ ਦੀ ਕਰਨੀ ਕਮਾਉਣ ਵਾਲੇ ਜਿਨ੍ਹਾਂ ਦਾ ਜੀਓ ਵੀ ਨਿਰਮਲ ਹੈ, ਬਾਹਰੋਂ ਵੀ ਨਿਰਮਲ ਹੈ। ਕਹਿੰਦੇ ਹਨ ਮੁਖ ਸੱਚਾ ਹੈ। ਜੋ ਮਨ ਦੇ ਅੰਦਰ ਹੈ ਉਹੀ ਮੁਖ ਤੇ ਪ੍ਰਗਟ ਹੈ। ਅਵਰ ਨ ਪੇਖੈ ਏਕਸ ਬਿਨ ਕੋਏ, ਇੱਕ ਤੋਂ ਬਿਨਾਂ ਕਿਸੇ ਹੋਰ ਨੂੰ ਦਿਖਦੇ ਨਹੀਂ। ਸਭ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਦੇਖਦੇ ਹਨ। ਕਹਿੰਦੇ ਹਨ ਇਹ ਵਾਲਾ ਜੋ ਲੱਛਣ ਹੈ, ਇਹ ਜੋ ਗੁਣ ਹੈ, ਇਹ ਬ੍ਰਹਮ ਗਿਆਨੀ ਦਾ ਗੁਣ ਹੈ। ਇਸ ਅਸ਼ਟਪਦੀ ਦੇ ਅੰਦਰ ਗੁਰੂ ਮਹਾਰਾਜ ਸਾਨੂੰ 7 ਪਦਿਆਂ ਵਿੱਚ ਬ੍ਰਹਮ ਗਿਆਨੀ ਦੇ ਗੁਣ ਦੱਸਦੇ ਹਨ। ਬ੍ਰਹਮ ਗਿਆਨੀ ਕੈਸਾ ਹੁੰਦਾ ਹੈ, ਔਰ 8ਵੇਂ ਪਦੇ ਵਿੱਚ ਸਾਨੂੰ ਦੱਸਦੇ ਹਨ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਉਹ ਪਰਮੇਸ਼ਵਰ ਹੈ। ਸਾਰੇ ਗੁਣ ਜੋ ਬ੍ਰਹਮ ਗਿਆਨੀ ਦੇ ਅੰਦਰ ਹਨ ਉਹ ਪਰਮੇਸ਼ਵਰ ਦੇ ਹਨ। ਤਾਂ ਜਿਸ ਗੁਰਮੁਖ ਨੇ ਇਸ ਬਾਣੀ ਨੂੰ ਪੜ੍ਹਨਾ ਹੈ ਤਾਂ ਕਿਉਂ ਪੜ੍ਹਨਾ ਹੈ? ਸਾਨੂੰ ਬ੍ਰਹਮ ਗਿਆਨੀ ਦੇ ਗੁਣਾਂ ਨੂੰ ਅਪਣਾ ਲੈਣਾ ਹੈ। ਇਹਨਾਂ ਗੁਣਾਂ ਨੂੰ ਨੋਟਬੁੱਕ ਵਿੱਚ ਲਿਖ ਲੈਣਾ ਹੈ ਔਰ ਰੋਜ਼ ਪੜ੍ਹ ਕੇ ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਹੈ ਔਰ ਨਵੀਆਂ ਆਦਤਾਂ ਬਣਾਉਣੀਆਂ ਹਨ। ਪੁਰਾਣੇ ਸੰਸਕਾਰ, ਪੁਰਾਣੇ ਵਿਕਾਰਾਂ ਨੂੰ ਦੂਰ ਕਰਕੇ ਇਹ ਨਵੀਂ ਸੋਚ ਔਰ ਇਹ ਨਵੇਂ ਗੁਣਾਂ ਨੂੰ ਆਪਣੇ ਥਾਟਸ ਵਿੱਚ ਲਿਆ ਕੇ ਬਾਰ-ਬਾਰ ਵਿਚਾਰ ਕਰਕੇ ਇਹਨਾਂ ਨੂੰ ਆਪਣੇ ਅੰਦਰ ਧਾਰਨ ਕਰਨਾ ਹੈ। ਔਰ ਪੁਰਾਣੇ ਜੋ ਸਾਡੇ ਅਵਗੁਣ ਹਨ, ਜਨਮਾਂ ਜਨਮਾਂ ਦੇ ਵਿਕਾਰਾਂ ਨੂੰ ਡਿਲੀਟ ਕਰਨਾ ਹੈ। ਤੇ ਪਹਿਲੇ ਅਭਿਆਸ ਕਰਾਂਗੇ ਨਾ, ਆਪਣੀ ਸੋਚ ਨੂੰ ਬਦਲਾਂਗੇ ਨਾ, ਤਾਂ ਸਾਡੇ ਅੰਦਰ ਉਹ ਵਿਚਾਰ ਧਾਰਨ ਹੋਣਗੇ। ਤਾਂ ਕਹਿੰਦੇ ਹਨ ਸਰਬ ਇੱਛਾ ਤਾਕੀ ਪੂਰਨ ਹੋਏ। ਤੇ ਪਰਮਾਤਮਾ ਇੱਛਾ ਪੂਰਨ ਕਿਹੜੀ ਕਰਦਾ ਹੈ? ਜੋ ਵਿਚਾਰਾਂ ਦੇ ਅੰਦਰ ਹੁੰਦਾ ਹੈ। ਜਦ ਅਸੀਂ ਇਹ ਵਿਚਾਰ ਬਣਾਵਾਂਗੇ ਨਾ ਤਾਂ ਸਾਡੇ ਅੰਦਰ ਬ੍ਰਹਮ ਗਿਆਨੀ ਦੇ ਗੁਣਾਂ ਦੇ ਵਿਚਾਰ ਸਾਡੇ ਅੰਦਰ ਧਾਰਨ ਹੋਣਗੇ। ਜੀਵਨ ਬਦਲੇਗਾ।
ਪਰਮਾਤਮਾ ਦੀ ਬਖਸ਼ਿਸ਼ ਤੇ ਕਿਰਪਾ ਹੋਵੇਗੀ, ਹੈ ਨਾ। ਬ੍ਰਹਮ ਗਿਆਨੀ ਦੇ ਕਿਹੜੇ ਗੁਣ ਹਨ, ਆਓ ਅਸੀਂ ਸਮਝੀਏ। ਸਾਨੂੰ ਕੀ ਸਮਝਾਉਂਦੇ ਹਨ ਗੁਰੂ ਸਾਹਿਬ। ਆਓ ਉਹਨਾਂ ਪਾਸ ਬੈਠੀਏ, ਉਹਨਾਂ ਦੇ ਚਰਨਾਂ 'ਤੇ ਆਪਣਾ ਮੱਥਾ ਰੱਖੀਏ ਔਰ ਸਮਝੀਏ, ਹੈ ਨਾ। ਆਪਣੀ ਸੁਰਤੀ ਨੂੰ ਇੱਥੇ ਲੈ ਜਾਈਏ, ਹੈ ਨਾ, ਸੁਰਤੀ ਨੂੰ ਉੱਤੇ ਲੈ ਜਾਈਏ, ਹੈ ਨਾ। ਦਰ 'ਤੇ ਬੈਠੀਏ। ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦਾ ਹੈ, ਜਿਵੇਂ ਕਮਲ ਦਾ ਫੁੱਲ ਕਿਚੜ ਦੇ ਅੰਦਰ ਰਹਿੰਦਾ ਹੈ, ਪਰ ਕਮਲ ਦੇ ਫੁੱਲ ਨੂੰ ਕਿਚੜ ਨਹੀਂ ਲੱਗਦਾ, ਉਹ ਨਿਰਲੇਪ ਰਹਿੰਦਾ ਹੈ, ਡਿਟੈਚ ਰਹਿੰਦਾ ਹੈ। ਤੇ ਬ੍ਰਹਮ ਗਿਆਨੀ ਪਰਿਵਾਰ ਦੇ ਅੰਦਰ ਰਹਿੰਦਾ ਹੋਇਆ, ਸੰਸਾਰ ਦੇ ਅੰਦਰ ਰਹਿੰਦਾ ਹੋਇਆ, ਹਰ ਚੀਜ਼ ਤੋਂ ਡਿਟੈਚ ਰਹਿੰਦਾ ਹੈ। ਮਾਇਆ ਤੋਂ, ਤ੍ਰੈ ਗੁਣੀ ਮਾਇਆ ਤੋਂ, ਪੰਜ ਵਿਕਾਰਾਂ ਤੋਂ, ਆਪਣੇ ਅਵਗੁਣਾਂ ਤੋਂ, ਮਾਇਆ ਦੇ ਪ੍ਰਭਾਵ ਤੋਂ, ਕਾਲ ਦੇ ਪ੍ਰਭਾਵ ਤੋਂ ਉਹ ਨਿਰਲੇਪ ਹੁੰਦਾ ਹੈ। ਇਹ ਉਹਦਾ ਪਹਿਲਾ ਗੁਣ ਹੈ। ਜੈਸੇ ਜਲ ਮੈਂ ਕਮਲ ਲੇਪ, ਹੈ ਨਾ, ਜਿਵੇਂ ਕਮਲ ਦਾ ਫੁੱਲ ਕਿਚੜ ਦੇ ਵਿੱਚ ਵੀ ਖਿਲਿਆ ਰਹਿੰਦਾ ਹੈ, ਸੁਗੰਧੀ ਦਿੰਦਾ ਰਹਿੰਦਾ ਹੈ, ਖੁਸ਼ਬੂਦਾਰ ਹੁੰਦਾ ਹੈ, ਉਜਵਲ ਹੁੰਦਾ ਹੈ। ਤਿਵੇਂ ਬ੍ਰਹਮ ਗਿਆਨੀ ਸਦਾ ਨਿਰਦੋਖ, ਉਹਦੇ ਅੰਦਰ ਕੋਈ ਦੋਸ਼ ਨਹੀਂ ਹੁੰਦਾ। ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਹੁੰਦਾ ਹੈ ਨਾ, ਉਹ ਜੋ ਹੈ ਕਤਰੇ 'ਤੇ ਵੀ ਪੈਂਦਾ ਹੈ, ਫੁੱਲਾਂ 'ਤੇ ਵੀ ਪੈਂਦਾ ਹੈ ਨਾ, ਔਰ ਉਹ ਕੋਈ ਡਿਫਰੈਂਸ ਨਹੀਂ ਰੱਖਦਾ। ਸੂਰ ਸਰਬ ਕੋ ਸੋਖ, ਜਿਵੇਂ ਕਹਿੰਦੇ ਹਨ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ ਨਾ, ਔਰ ਬ੍ਰਹਮ ਗਿਆਨੀ ਮਨੁੱਖ ਸਾਰੇ ਪਾਪਾਂ ਨੂੰ ਸਾੜ ਦਿੰਦਾ ਹੈ। ਬ੍ਰਹਮ ਗਿਆਨੀ ਮਨੁੱਖ ਆਪਣੇ ਅੰਦਰ ਦੇ ਪਾਪਾਂ ਨੂੰ ਸਾੜ ਦਿੰਦਾ ਹੈ, ਜਿਵੇਂ ਸੂਰਜ ਸੋਖ ਲੈਂਦਾ ਹੈ। ਤਿਵੇਂ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਉਹਦੀ ਦ੍ਰਿਸ਼ਟੀ ਸਮਾਨ ਹੁੰਦੀ ਹੈ। ਜਿਵੇਂ ਹਵਾ ਹੁੰਦੀ ਹੈ ਨਾ, ਪਵਨ ਵਗ ਰਹੀ ਹੈ, ਦਿਖਦੀ ਨਹੀਂ ਹੈ। ਸਾਡੇ ਅੰਦਰ ਵੀ ਪਵਨ ਚੱਲ ਰਹੀ ਹੈ। ਉਹ ਪਵਨ ਜੋ ਹੈ, ਉਹ ਰਾਜਾ ਤੇ ਰੰਕ ਨੂੰ ਇੱਕ ਸਮਾਨ ਉਹ ਪਵਨ ਮਿਲਦੀ ਹੈ। ਤਿਵੇਂ ਹੀ ਬ੍ਰਹਮ ਗਿਆਨੀ ਜੋ ਹੈ, ਉਹਦੀ ਦ੍ਰਿਸ਼ਟੀ ਪਵਨ ਦੇ ਵਾਕਨ ਸਮ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਗਿਆਨੀ ਕੇ ਧੀਰਜ ਏਕ, ਉਹਦਾ ਧੀਰਜ ਹੁੰਦਾ ਹੈ। ਪਰਮਾਤਮਾ ਦੇ ਗੁਣ ਹਨ, ਸਤ, ਸੰਤੋਖ, ਦਇਆ, ਧਰਮ, ਧੀਰਜ। ਧੀਰਜ ਬੜਾ ਵੱਡਾ ਗੁਣ ਹੈ। ਸਹਿਨਸ਼ੀਲਤਾ, ਪੇਸ਼ੈਂਸ। ਜਿਵੇਂ ਕੋਈ ਧਰਤੀ ਨੂੰ ਚੰਦਨ ਲਗਾ ਦੇਵੇ ਜਾਂ ਖੋਦੇ ਜਾਂ ਕੋਈ ਹੋਰ ਗੰਦ ਪਾ ਦੇਵੇ, ਧਰਤੀ ਨੂੰ ਫਰਕ ਨਹੀਂ ਪੈਂਦਾ। ਧਰਤੀ ਦੇ ਅੰਦਰ ਬੜੀ ਸਹਿਨਸ਼ੀਲਤਾ ਹੈ। ਧਰਤੀ ਮਾਂ ਹੈ, ਸਾਨੂੰ ਪਾਲਦੀ ਪੋਸਦੀ ਹੈ, ਮਰਨ ਤੋਂ ਬਾਅਦ ਆਪਣੇ ਅੰਦਰ ਵੀ ਸਮਾ ਲੈਂਦੀ ਹੈ। ਇਹਨੂੰ ਅਸੀਂ ਚੰਦਨ ਲਗਾਈਏ ਜਾਂ ਇਹਨੂੰ ਅਸੀਂ ਖੋਦ ਕੇ ਕੁਛ ਵੀ ਕਰੀਏ, ਇਹ ਕੁਛ ਨਹੀਂ ਕਹਿੰਦੀ। ਤਿਵੇਂ ਬ੍ਰਹਮ ਗਿਆਨੀ ਨੂੰ ਦੇ ਗੁਣ ਦੱਸੇ ਗਏ ਹਨ। ਪਹਿਲੇ ਪਵਨ ਦੱਸਿਆ ਹੈ, ਹੁਣ ਧਰਤੀ ਦੱਸਿਆ ਹੈ। ਇਹ ਪੰਜ ਤੱਤ ਹਨ ਨਾ, ਧਰਤੀ, ਆਕਾਸ਼, ਜਲ, ਵਾਯੂ, ਅਗਨੀ। ਇਹ ਪੰਜ ਤੱਤਾਂ ਦਾ ਸਾਡਾ ਸਰੀਰ ਬਣਿਆ ਹੈ। ਇਹ ਪੰਜ ਤੱਤਾਂ ਦੇ ਗੁਣ ਹਨ ਜੋ ਇੱਥੇ ਸਾਨੂੰ ਨਾਲ ਨਾਲ ਸਮਝਾਏ ਜਾਂਦੇ ਹਨ। ਤਾਂ ਉਹਦੇ ਅੰਦਰ ਧਰਤੀ ਵਰਗੀ ਸਹਿਨਸ਼ੀਲਤਾ ਹੁੰਦੀ ਹੈ। ਬ੍ਰਹਮ ਗਿਆਨੀ ਦਾ ਇਹ ਗੁਣਾਓ ਦਾ ਇਹ ਗੁਣ ਹੈ ਸਭ ਤੋਂ ਵੱਡਾ, ਕਿ ਜੋ ਪਾਵਕ ਦਾ ਸਹਿਜ ਸੁਭਾਅ, ਜਿਵੇਂ ਅਗਨੀ ਦਾ ਸਹਿਜ ਸੁਭਾਅ ਹੁੰਦਾ ਹੈ ਨਾ, ਅਗਨੀ ਦਾ ਕੀ ਸੁਭਾਅ ਹੁੰਦਾ ਹੈ? ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ, ਹਰ ਇੱਕ ਚੀਜ਼ ਦੀ ਮੈਲ ਨੂੰ ਸਾੜ ਦਿੰਦੀ ਹੈ। ਕਿੰਨਾ ਹੀ ਕਤਰਾ ਜਲਾ ਦਿਓ, ਹੈ ਨਾ, ਹਰ ਚੀਜ਼ ਨੂੰ ਸਾੜ ਦਿੰਦੀ ਹੈ। ਤਿਵੇਂ ਬ੍ਰਹਮ ਗਿਆਨੀ ਦਾ ਵੀ ਇਹੀ ਗੁਣ ਹੈ। ਉਹ ਆਪਣੇ ਸਾਰੇ ਮੈਲ ਨੂੰ, ਅੰਦਰ ਦੇ ਅਵਗੁਣਾਂ ਨੂੰ ਬਾਣੀ ਦੇ ਵਿਚਾਰ ਦੇ ਨਾਲ ਸਾੜ ਦਿੰਦਾ ਹੈ। ਇਹ ਉਹਦਾ ਇੱਕ ਗੁਣ ਹੈ ਬ੍ਰਹਮ ਗਿਆਨੀ ਦਾ। ਉਹ ਨਿਰਮਲ ਹੈ, ਉਹ ਪਵਨ ਵਾਕਨ ਵਗਦਾ ਰਹਿੰਦਾ ਹੈ ਨਾ, ਸਮਦ੍ਰਿਸ਼ਟੀ ਹੈ, ਨਿਰਮਲ ਹੈ। ਔਰ ਜਿਵੇਂ ਪਾਣੀ ਹੁੰਦਾ ਹੈ ਨਾ, ਪਾਣੀ ਦਾ ਸੁਭਾਅ ਹੁੰਦਾ ਹੈ, ਨਿਵਾਣ ਨੂੰ ਚੱਲਦਾ ਹੈ ਨਾ। ਪਾਣੀ ਤੋਂ ਹੁਣੇ ਪਾਣੀ ਦੀ ਗੱਲ ਕਰ ਰਹੇ ਹਨ। ਜੈਸੇ ਮੈਲ ਨਾ ਲਾਗੇ ਜਲਾ, ਜਿਵੇਂ ਜਲ ਵਹਿੰਦਾ ਹੋਇਆ ਜਲ ਨੂੰ ਮੈਲ ਨਹੀਂ ਲੱਗਦੀ, ਮੈਲ ਥੱਲੇ ਬੈਠ ਜਾਂਦੀ ਹੈ, ਪਾਣੀ ਵਗਦਾ ਰਹਿੰਦਾ ਹੈ।
ਜਿਸ ਵਿੱਚ ਮਿਲਾਓ ਉਹਦੇ ਵਰਗਾ ਮਿਲ ਜਾਂਦਾ ਹੈ। ਤੇ ਹੁਣ ਇਹ ਜਲ ਦਾ ਸੁਭਾਅ ਦੱਸ ਰਹੇ ਹਨ। ਐਸਾ ਬ੍ਰਹਮ ਗਿਆਨੀ ਨਿਰਮਲ ਹੁੰਦਾ ਹੈ, ਉਹਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਯਾਨੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜਿਵੇਂ ਧਰਤੀ ਦੇ ਉੱਪਰ ਆਕਾਸ਼ ਹੈ ਨਾ, ਆਕਾਸ਼ ਦੇਖੋ ਸਾਰੇ ਗੁਣ ਇੱਥੇ ਆ ਗਏ ਹਨ, ਧਰਤੀ, ਆਕਾਸ਼, ਜਲ, ਵਾਯੂ, ਅਗਨੀ, 5 ਤੱਤਾਂ ਦੇ ਗੁਣ। ਜਿਵੇਂ ਆਕਾਸ਼, ਕਿੰਨੀ ਵਿਸ਼ਾਲਤਾ ਹੈ ਆਕਾਸ਼ ਦੀ, ਉਹਦੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈ, ਉਹਦੇ ਅੰਦਰ ਇਤਨਾ ਪ੍ਰਕਾਸ਼ ਹੁੰਦਾ ਹੈ ਨਾ, ਕਿ ਵਿਸ਼ਾਲਤਾ ਤਾਂ ਯਾਨੀ ਕਿ ਆਕਾਸ਼ ਕਿੰਨਾ ਵਿਸ਼ਾਲ ਹੈ, ਉਹਦੀ ਸੋਚ, ਉਹਦਾ ਮਨ ਵਿਸ਼ਾਲ ਹੁੰਦਾ ਹੈ ਨਾ। ਕਹਿੰਦੇ ਹਨ ਜੈਸੇ ਧਰ ਉੱਪਰ ਆਕਾਸ਼, ਬ੍ਰਹਮ ਗਿਆਨੀ ਦੇ ਮਿੱਤਰ ਔਰ ਸ਼ਤਰੂ ਸਮਾਨ ਹੁੰਦੇ ਹਨ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਉਹਨੂੰ ਕੋਈ ਅਭਿਮਾਨ ਨਹੀਂ ਹੁੰਦਾ ਹੈ ਨਾ, ਉਹਦੇ ਅੰਦਰ ਕੋਈ ਅਭਿਮਾਨ ਨਹੀਂ ਹੁੰਦਾ। ਉਹ ਉੱਚ ਤੋਂ ਉੱਚਾ ਹੈ, ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਨਾ। ਅਸੀਂ ਆਪਣੇ ਆਪ ਨੂੰ ਕਿੰਨਾ ਸਿਆਣਾ ਸਮਝਦੇ ਹਾਂ, ਸਿਆਣਾ ਦਿਖਾਉਂਦੇ ਹਾਂ ਲੋਕਾਂ ਨੂੰ, ਲੁਕਿੰਗ ਗੁੱਡ ਕਰਦੇ ਹਾਂ। ਜਿਹੜਾ ਬ੍ਰਹਮ ਗਿਆਨੀ ਹੋਏਗਾ ਨਾ, ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ ਨਾ। ਬ੍ਰਹਮ ਗਿਆਨੀ ਸੇ ਜਨ ਭਏ ਉਹੀ ਬਣ ਸਕਦੇ ਹਨ ਜਿਨ੍ਹਾਂ 'ਤੇ ਪ੍ਰਭੂ ਕਿਰਪਾ ਕਰਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਸਾਰਿਆਂ ਦੇ ਪੈਰਾਂ ਦੀ ਧੂੜ ਰੀਨਾ ਹੁੰਦੀ ਹੈ ਨਾ। ਇਹ ਉਹਦਾ ਸੁਭਾਅ ਹੈ ਬ੍ਰਹਮ ਗਿਆਨੀ ਦਾ। ਉਹ ਆਪਣੇ ਆਪ ਨੂੰ ਸੰਗਤਾਂ ਦੇ, ਸੰਤਾਂ ਦੇ ਪੈਰਾਂ ਦੀ ਧੂੜ ਵਾਕਨ ਨਿਮਰਤਾ ਦੇ ਸੁਭਾਅ ਵਿੱਚ ਰਹਿੰਦਾ ਹੈ। ਨਿਮਰਤਾ ਵਾਲਾ ਸੁਭਾਅ, ਹੰਬਲਨੈਸ ਹੈ ਨਾ, ਇਹ ਇੱਕ ਬਹੁਤ ਵੱਡਾ ਗੁਣ ਹੈ। ਹੰਬਲਨੈਸ, ਦਇਆ ਦੀ ਭਾਵਨਾ ਔਰ ਪਿਆਰ ਦੀ ਭਾਵਨਾ, ਇਹ ਤਿੰਨੋਂ ਗੁਣ ਨਮਰਤਾ ਵਾਲੇ ਹਨ। ਜਿਵੇਂ ਜਪਜੀ ਸਾਹਿਬ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਹਨ ਨਾ, ਸਾਚਾ ਸਾਹਿਬ ਸੱਚ ਨਾਏ, ਭਾਖਿਆ ਪਾਓ ਪਰ ਉਹਦਾ ਨਾਮ ਸੱਚਾ ਹੈ, ਉਹਦਾ ਨਿਆਂ ਸੱਚਾ ਹੈ, ਉਹਦੀ ਬੋਲੀ ਪਿਆਰ ਵਾਲੀ ਬੋਲੀ ਹੈ। ਤਾਂ ਪਿਆਰ ਵਾਲੀ ਬੋਲੀ ਕੈਸੀ ਹੁੰਦੀ ਹੈ? ਹੰਬਲਨੈਸ, ਨਿਮਰਤਾ, ਦਇਆ ਔਰ ਪਿਆਰ, ਤਿੰਨਾਂ ਨੂੰ ਮਿਲਾ ਕੇ ਇਹ ਬੋਲੀ ਬਣਦੀ ਹੈ ਪਿਆਰ ਵਾਲੀ, ਹੈ ਨਾ। ਗੁਰੂ ਮਹਾਰਾਜ ਕਹਿੰਦੇ ਹਨ ਬ੍ਰਹਮ ਗਿਆਨੀ ਦੇ ਜੋ ਹੈ ਨਾ, ਉਹ ਸਗਲ ਕੀ ਰੀਨਾ, ਯਾਨੀ ਆਪਣੇ ਆਪ ਨੂੰ ਬਹੁਤ ਪਿਆਰਾ ਵਾਲਾ ਸੁਭਾਅ ਵਿੱਚ ਰਹਿੰਦਾ ਹੈ, ਦਇਆ ਵਾਲੇ ਸੁਭਾਅ ਵਿੱਚ ਰਹਿੰਦਾ ਹੈ, ਔਰ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਨਾ। ਬ੍ਰਹਮ ਗਿਆਨੀ ਆਪਣੇ ਅੰਦਰ ਦਾ ਆਤਮ ਰਸ ਨੂੰ ਚੀਨਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ। ਆਤਮਾ ਦਾ ਰਸ ਹੁੰਦਾ ਹੈ, ਆਤਮਾ ਦੇ ਬੜੇ ਪਿਆਰੇ ਗੁਣ ਹਨ ਜੋ ਪਰਮਾਤਮਾ ਦੇ ਗੁਣ ਹਨ, ਉਹ ਆਤਮਾ ਦੇ ਗੁਣ ਹਨ, ਹੈ ਨਾ। ਉਹਨਾਂ ਗੁਣਾਂ ਨੂੰ ਉਹ ਚੀਨਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ, ਬੂਝਦਾ ਰਹਿੰਦਾ ਹੈ, ਅੰਡਰਸਟੈਂਡ ਕਰਦਾ ਰਹਿੰਦਾ ਹੈ, ਜਾਗਰਤ ਰਹਿੰਦਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਸਭ ਤੇ ਦਇਆ ਕਰਦਾ ਹੈ, ਸਭ ਤੇ ਦਇਆ ਦ੍ਰਿਸ਼ਟੀ ਰੱਖਦਾ ਹੈ। ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝਦਾ, ਕਿਸੇ ਨੂੰ ਰਾਈਟ ਰੌਂਗ ਨਹੀਂ ਕਰਦਾ। ਕਹਿੰਦੇ ਹਨ ਵਾਹਿਗੁਰੂ ਜੀ, ਉਹਦੇ ਕੋਲੋਂ ਕੁਝ ਬੁਰਾ ਨਹੀਂ ਹੁੰਦਾ, ਉਹਦੀ ਦ੍ਰਿਸ਼ਟੀ ਸਮਦਰਸ਼ੀ ਹੈ, ਸਭ ਨੂੰ ਇੱਕ ਸਮਾਨ ਦੇਖਦਾ ਹੈ, ਰਾਜਾ ਹੋਵੇ, ਰੰਕ ਹੋਵੇ, ਸਭ ਨੂੰ ਇੱਕ ਸਮਾਨ ਪਿਆਰ ਕਰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ। ਦ੍ਰਿਸ਼ਟੀ ਦੇ ਅੰਦਰ ਬੜਾ ਪਿਆਰ ਹੁੰਦਾ ਹੈ, ਕਰੁਣਾ ਹੁੰਦੀ ਹੈ, ਨਮਰਤਾ ਹੁੰਦੀ ਹੈ, ਸ਼ਾਂਤੀ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਸਾਰੇ ਬੰਧਨਾਂ ਤੋਂ ਮੁਕਤ ਹੈ। ਕਿਹੜੇ ਬੰਧਨ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਚੁਗਲੀ, ਵਿਤਕਰਾ, ਸਾਰੇ ਬੰਧਨਾਂ ਤੋਂ ਮੁਕਤ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਇਹ ਉਹਦੀ ਨਿਰਮਲ ਜੁਗਤੀ ਹੈ ਜੀਵਨ ਜੀਉਣ ਦੀ। ਬ੍ਰਹਮ ਗਿਆਨੀ का भोजन ज्ञान, उसका भोजन पता की है? ज्ञान, बार बार गुरु का ज्ञान लेना, ये उसका भोजन होता है। ब्रह्म ज्ञानी का ब्रह्म ध्यान, ਉਹਦਾ ध्यान हमेशा ब्रह्म ਦੇ ਅੰਦਰ ਰਹਿੰਦਾ ਹੈ। ब्रह्म यानी परमात्मा ਦੇ ਚਰਨਾਂ ਤੇ ਉਹਦਾ ਮੱਥਾ ਟਿਕਿਆ ਰਹਿੰਦਾ ਹੈ। ਉਹਦੇ ਚਰਨ ਉੱਥੋਂ ਚਰਨ ਤੇ ਮੱਥਾ ਟੇਕਦਾ ਹੈ, ਚਰਨ ਤੇ ਮੱਥਾ
ਟਿਕਿਆ ਰਹਿੰਦਾ। ਜਿਸ ਵਿੱਚ ਅਸੀਂ ਕਹਿੰਦੇ ਹਾਂ ਐਸੀ ਕਿਰਪਾ ਮੋਹਿ ਕਰੋ, संत है संग हमारो माथा, संत है चरण हमारो माथा, नैन दरस तन धूर परो। ਤਿਵੇਂ ਉਹਦਾ ਮੱਥਾ ਸੰਤਾਂ ਦੇ ਚਰਨਾਂ ਤੇ ਹੈ ਨਾ ਟਿਕਿਆ ਰਹਿੰਦਾ ਹੈ। ਕਹਿੰਦੇ ਹਨ ਧਿਆਨ ਵਿੱਚ ਰਹਿੰਦਾ ਹੈ ਨਾ, ਧਿਆਉਣਾ, ਉੱਠਦਿਆਂ ਬੈਠਦਿਆਂ ਪਰਮੇਸ਼ਵਰ ਦਾ ਧਿਆਨ ਕਰਨਾ। ਉਹ ਇੱਕ ਉੱਪਰ ਆਸ ਰੱਖਦਾ ਹੈ, ਇੱਕ ਪਰਮੇਸ਼ਵਰ ਨੂੰ ਮੰਨਦਾ ਹੈ, ਉਸ ਦੇ ਉੱਪਰ ਹੀ ਆਸ ਰੱਖਦਾ ਹੈ, ਕਿਸੇ ਹੋਰ ਤੇ ਕੋਈ ਆਸ ਨਹੀਂ ਰੱਖਦਾ। ਅਸੀਂ ਨਾ ਸਾਰਿਆਂ ਤੇ ਕੁਛ ਨਾ ਕੁਛ ਆਸ਼ਾਵਾਂ ਉਮੀਦਾਂ ਰੱਖ ਲੈਂਦੇ ਹਾਂ ਔਰ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਦੁਖੀ ਹੋ ਜਾਂਦੇ ਹਾਂ। ਆਸ਼ਾਵਾਂ ਉਮੀਦਾਂ ਆਸ-ਪਾਸ ਲੋਕਾਂ ਪਾਸੋਂ ਕਰਦੇ ਹਾਂ ਔਰ ਉਹ ਪੂਰੀਆਂ ਨਹੀਂ। ਪਰ ਬ੍ਰਹਮ ਗਿਆਨੀ ਇੱਕ ਪਰਮੇਸ਼ਵਰ ਤੇ ਆਸ ਰੱਖਦਾ ਹੈ। ਇਸ ਕਰਕੇ ਉਹਦੀ ਆਸ਼ਾਵਾਂ ਦਾ ਵਿਨਾਸ਼ ਨਹੀਂ ਹੁੰਦਾ। ਉਹ ਆਸ਼ਾ ਕਰਦਾ ਹੀ ਨਹੀਂ ਤੇ ਵਿਨਾਸ਼ ਕਿਵੇਂ ਹੋਏਗਾ, ਹੈ ਨਾ। ਪਰਮੇਸ਼ਵਰ ਦਾ ਰੂਪ ਹੀ ਹੁੰਦਾ ਹੈ। ਸਾਡੇ ਅੰਦਰ ਨਾ ਕੁਰੂਸ਼ੇਤਰ ਚੱਲਦਾ ਹੈ ਹਰ ਸਮੇਂ। ਇੱਛਾਵਾਂ, ਆਸ਼ਾਵਾਂ, ਉਮੀਦਾਂ, ਮਨਸ਼ਾਵਾਂ ਔਰ ਦੂਸਰੇ ਪਾਸੇ ਕਰਤੱਵਯ, ਧਰਮਖੰਡ, ਇਹਨਾਂ ਦਾ ਯੁੱਧ ਚੱਲਦਾ ਹੈ। ਸਾਡੇ ਅੰਦਰ ਕੁਰੂਸ਼ੇਤਰ ਦਾ ਯੁੱਧ ਚੱਲਦਾ ਹੈ। ਫਿਰ ਤੋਂ ਸੁਣ ਲੈਣਾ ਧਿਆਨ ਨਾਲ। ਔਰ ਫਿਰ ਪਰਮੇਸ਼ਵਰ ਜੀ ਕਹਿੰਦੇ ਹਨ ਤੂੰ ਆਪਣਾ ਕਰਤੱਵਯ ਦਾ ਪਾਲਨ ਕਰ, ਫਲ ਦੀ ਇੱਛਾ ਨਾ ਰੱਖ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੋਈ ਫਲ ਦੀ ਇੱਛਾ ਨਾ ਰੱਖ, ਫਲ ਤਾਂ ਮੈਂ ਤੈਨੂੰ ਦਿਆਂਗਾ। ਤੂੰ ਆਪਣਾ ਕਰਤੱਵਯ ਪਾਲਨ ਕਰ, ਇੱਛਾਵਾਂ ਨਾ ਰੱਖ, ਆਸ਼ਾਵਾਂ ਨਾ ਰੱਖ, ਕਰਤੱਵਯ ਦਾ ਪਾਲਨ ਕਰ। ਇਹ ਸਾਨੂੰ ਬਾਰ-ਬਾਰ ਸਿੱਖਣਾ ਹੈ। ਬਹੁਤ ਗਹਿਰਾਈ ਵਾਲੀ ਗੱਲ ਹੈ। ਕਹਿੰਦੇ ਬ੍ਰਹਮ ਗਿਆਨੀ ਕਿ ਗਰੀਬੀ ਸਮਾਹਾ, ਹਮੇਸ਼ਾ ਹੰਬਲਨੈਸ ਵਿੱਚ ਸਮਾਇਆ ਰਹਿੰਦਾ ਹੈ, ਨਿਮਰਤਾ ਦੇ ਅੰਦਰ। ਔਰ ਪਰਉਪਕਾਰ ਕਰਨ ਦੇ ਵਾਸਤੇ ਉਹਦੇ ਮਨ ਵਿੱਚ ਬੜਾ ਹੀ ਉਮੰਗ ਹੁੰਦੀ ਹੈ, ਉਮਾਹਾ ਹੁੰਦਾ ਹੈ। ਪਰਉਪਕਾਰ ਦੇ ਕੰਮ ਕਰਨੇ, ਲੋਕਾਂ ਦਾ ਭਲਾ ਕਰਨਾ, ਹੈ ਨਾ, ਇਹ ਗੁਣ ਹੈ। ਬ੍ਰਹਮ ਗਿਆਨੀ ਕਿ ਨਾ ਹੀ ਧੰਦਾ, ਮਾਇਆ ਜਾਲ ਵਿੱਚ ਫਸਦਾ ਨਹੀਂ। ਤ੍ਰੈ ਗੁਣੀ ਮਾਇਆ ਦੇ ਅੰਦਰ ਉਹ ਫਸਦਾ ਨਹੀਂ। ਬ੍ਰਹਮ ਗਿਆਨੀ ਲਈ ਧਾਵਤ ਬੰਦਾ, ਉਹ ਆਪਣੇ ਅੰਦਰ ਦੇ ਮਾਇਆ ਦੇ ਪ੍ਰਭਾਵ ਨੂੰ, ਬੰਦ ਨੂੰ ਰੋਕਣਾ ਜਾਣਦਾ ਹੈ। ਉਹਨੂੰ ਯੁਕਤੀ ਆਂਦੀ ਹੈ, ਉਹ ਬੰਦ ਕਹਿੰਦੇ ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਸਾਚਾ ਸਾਹਿਬ ਸਦ ਮਿਹਰਬਾਨ। ਗਾਉਣਾ ਨਾ ਪਿਆਰ ਨਾਲ ਗਾਉਣਾ, ਆਤਮਾ ਨਾਲ ਗਾਣਾ, ਅੰਦਰੋਂ ਦੀ ਗਾਣਾ, ਸੁਰਤ ਜੋੜ ਕੇ ਗਾਣਾ, ਪ੍ਰੇਮਾ ਦੇ ਨਾਲ ਗਾਉਣਾ, ਭਾਵ ਦੇ ਨਾਲ ਗਾਣਾ। ਕਹਿੰਦੇ ਹਨ ਬ੍ਰਹਮ ਗਿਆਨੀ ਕਿ ਹੋਈ ਸੋ ਭਲਾ, ਜੋ ਕੁਛ ਹੁੰਦਾ ਹੈ ਨਾ ਉਹਨੂੰ ਭਲਾ ਕਰਕੇ ਮੰਨਦਾ ਹੈ। ਆਲ ਇਜ਼ ਵੈਲ, ਕਿਉਂਕਿ ਜੋ ਕਰਤਾ ਕਰ ਰਿਹਾ ਹੈ ਉਹ ਭਲਾ ਹੈ। ਬ੍ਰਹਮ ਗਿਆਨੀ ਸੁਫਲ ਭਲਾ, ਉਹਨੂੰ ਸੁਫਲ ਚੰਗੇ ਫਲ ਮਿਲਦੇ ਹਨ। ਉਹ ਅੱਛਾ ਸੋਚਦਾ ਹੈ, ਅੱਛੇ ਫਲ ਮਿਲਦੇ ਹਨ। ਸਭ ਦਾ ਭਲਾ ਮੰਗਦਾ ਹੈ ਔਰ ਜੋ ਕੁਛ ਹੋ ਰਿਹਾ ਹੈ ਉਹਨੂੰ ਵੀ ਭਲਾ ਮੰਨਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਬ੍ਰਹਮ ਗਿਆਨੀ ਦੇ ਨਾਲ ਸਭ ਦਾ ਉਧਾਰ ਹੁੰਦਾ ਹੈ। ਜਿੱਥੇ ਵੀ ਬੈਠਦਾ ਹੈ ਨਾ, ਪ੍ਰੇਮਾ ਦੇ ਨਾਲ ਭਗਤੀ ਦੇ ਗੀਤ, ਭਗਤੀ ਦੇ ਭਾਵ ਸਭ ਨੂੰ ਸ਼ੇਅਰ ਕਰਦਾ ਹੈ ਨਾ, ਤੇ ਸਭ ਦਾ ਉਧਾਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਕਹਿੰਦੇ ਬ੍ਰਹਮ ਗਿਆਨੀ ਦੀ ਰਾਹੀਂ ਸਾਰਾ ਸੰਸਾਰ ਵੀ
ਜਪਣਾ ਸਿੱਖ ਜਾਂਦਾ ਹੈ, ਭਗਤੀ ਕਰਨੀ ਸਿੱਖ ਜਾਂਦਾ ਹੈ। ਬ੍ਰਹਮ ਗਿਆਨੀ ਇੱਕ ਦੇ ਨਾਲ ਹੀ ਰੰਗ ਲਗਾਉਂਦਾ ਹੈ, ਪਰਮੇਸ਼ਵਰ ਦੇ ਨਾਲ ਔਰ ਪ੍ਰਭੂ ਦੇ ਨਾਲ ਹਮੇਸ਼ਾ ਵਸਦਾ ਹੈ। ਨਾਮ ਉਸ ਦਾ ਆਧਾਰ ਹੈ, ਨਾਮ ਦੇ ਆਧਾਰ ਤੇ ਜੀਂਦਾ ਹੈ, ਨਾਮ ਹੀ ਉਹਦਾ ਪਰਿਵਾਰ ਹੈ। ਹਮੇਸ਼ਾ ਜਾਗਤ ਰਹਿੰਦਾ ਹੈ, ਵਿਕਾਰਾਂ ਦੇ ਹਮਲੇ ਤੋਂ ਜਾਗਰਤ ਰਹਿੰਦਾ ਹੈ। ਅਸੀਂ ਬਾਰ-ਬਾਰ 3 ਗੁਣਾਂ ਵਿੱਚ ਸੋ ਜਾਂਦੇ ਹਾਂ। ਬ੍ਰਹਮ ਗਿਆਨੀ ਉਹ ਬਣਦਾ ਹੈ ਜੋ 3 ਗੁਣਾਂ ਤੋਂ ਉੱਪਰ ਉੱਠਦਾ ਹੈ। ਉਹ ਵਿਕਾਰਾਂ ਦਾ ਜੋ ਹਮਲਾ ਪੈਂਦਾ ਸਾਡੇ ਉੱਤੇ, ਐਕਸਪੈਕਟੇਸ਼ਨਸ, ਆਸ਼ਾਵਾਂ, ਫੀਅਰਸ, ਚਿੰਤਾ, ਭਰਮ, ਇਸ ਤੇ ਹਮਲੇ ਤੋਂ ਉਹ ਅਲਰਟ ਰਹਿੰਦਾ ਹੈ। ਉਹਨੂੰ ਕਹਿੰਦੇ ਹਨ ਜਾਗਤ ਰਹਿਣਾ। इस ग्रह में कोई जागत रहे, इस ग्रह में कोई जागत रहे, साबत वस्त ਉਹ ਆਪਣੀ ਲਹੇ। ਉਹਨੂੰ ਸਾਬਤ ਵਸਤ ਮਿਲਦੀ ਹੈ। ਤੇ ਅਸੀਂ ਵੀ ਸਿੱਖਣਾ ਹੈ, ਜਾਗਤ ਰਹਿਣਾ ਹੈ। ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ, ਉਹ ਆਪਣੀ ਅਹੰਕਾਰ ਵਾਲੀ ਬੁੱਧੀ ਦਾ ਤਿਆਗ ਕਰ ਦਿੰਦਾ ਹੈ। ਬ੍ਰਹਮ ਗਿਆਨੀ ਆਪਣੀ ਅਹੰਕਾਰ ਵਾਲੀ, ਅਹਮ ਵਾਲੀ ਬੁੱਧੀ ਦਾ ਤਿਆਗ ਕਰ ਦਿੰਦਾ ਹੈ। ਉਹਦੇ ਮਨ ਵਿੱਚ ਹਮੇਸ਼ਾ ਪਰਮ ਆਨੰਦ ਰਹਿੰਦਾ ਹੈ। ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ। ਉਹਦੇ ਘਰ ਦੇ ਅੰਦਰ ਸਦਾ ਆਨੰਦ ਦੇ ਗੀਤ ਵੱਜਦੇ ਹਨ ਔਰ ਸੁੱਖ ਦੇ ਅੰਦਰ ਨਿਵਾਸ ਕਰਦਾ ਹੈ। ਔਰ ਬ੍ਰਹਮ ਗਿਆਨੀ ਦੀ ਜੋ ਆਤਮਕ ਅਵਸਥਾ ਹੈ ਨਾ, ਉਹ ਵਿਨਾਸ਼ ਨਹੀਂ ਹੁੰਦੀ, ਉਹ ਬਣੀ ਰਹਿੰਦੀ ਹੈ, ਇੱਕੋ ਜਿਹੀ ਬਣੀ ਰਹਿੰਦੀ ਹੈ ਚੜ੍ਹਦੀ ਕਲਾ ਦੇ ਅੰਦਰ। ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ, ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ। ਬ੍ਰਹਮ ਹੈ ਪਰਮਾਤਮਾ, ਬ੍ਰਹਮ ਦਾ ਬੇਟਾ ਹੈ, ਜਾਣਨ ਵਾਲਾ ਹੈ ਔਰ ਸਭ ਦੇ ਨਾਲ ਪਿਆਰ ਕਰਦਾ ਹੈ। ਇੱਕ ਦੇ ਨਾਲ ਤਾਂ ਕਰਦਾ ਹੀ ਹੈ ਔਰ ਸਭ ਦੇ ਨਾਲ ਕਰਦਾ ਹੈ। ਬ੍ਰਹਮ ਗਿਆਨੀ ਕੇ ਹੋਏ ਅਚਿੰਤ, ਕੋਈ ਚਿੰਤਾ ਨਹੀਂ ਕਰਦਾ। ਚਿੰਤਾ ਪਰਮਾਤਮਾ ਨੂੰ ਹੈ। ਨਾ ਕਰ ਚਿੰਤਾ, ਚਿੰਤਾ ਹੈ ਕਰਤੇ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਕਹਿੰਦੇ ਹਨ ਉਹਦਾ ਇਹ ਨਿਰਮਲ ਮੰਤ ਹੈ, ਇਹ ਉਹਦਾ ਨਿਰਮਲ ਉਪਦੇਸ਼ ਹੈ ਸਾਰਿਆਂ ਨੂੰ ਕਿ ਤੂੰ ਚਿੰਤਾ ਨਾ ਕਰ, ਅਚਿੰਤ ਰਹਿ। ਸਾਰਿਆਂ ਦੀ ਚਿੰਤਾ ਪਰਮਾਤਮਾ ਕੋਲ ਹੈ, ਉਹ ਸਾਰਿਆਂ ਵਾਸਤੇ ਸਭ ਕੁਝ ਕਰ ਰਿਹਾ ਹੈ। ਤੂੰ ਸਿਰਫ ਪਰਮਾਤਮਾ ਦੇ ਨਾਲ ਜੁੜਿਆ ਰਹਿ, ਚਰਨਾਂ ਦੇ ਨਾਲ ਜੁੜਿਆ ਰਹਿ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਹੈ ਨਾ। ਬ੍ਰਹਮ ਗਿਆਨੀ ਉਹੀ ਬਣਦਾ ਹੈ ਜਿਸ ਨੂੰ ਪ੍ਰਭੂ ਕਿਰਪਾ ਕਰਦੇ ਹਨ। ਉਹਦਾ ਬੜਾ ਵੱਡਾ ਪ੍ਰਤਾਪ ਹੈ, ਮਹਿਮਾ ਬਹੁਤ ਵੱਡੀ ਹੈ। ਉਹਦਾ ਦਰਸ਼ਨ ਵਡਭਾਗੀਆਂ ਨੂੰ ਮਿਲਦਾ ਹੈ। ਬ੍ਰਹਮ ਗਿਆਨੀ ਦਾ ਦਰਸ਼ਨ ਕਿਸੇ ਵਡਭਾਗੀ ਨੂੰ ਪ੍ਰਾਪਤ ਹੁੰਦਾ ਹੈ। ਬ੍ਰਹਮ ਗਿਆਨੀ ਤੋਂ ਬਲਿਹਾਰ ਜਾਈਦਾ ਹੈ। ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵੀ ਖੋਜਦੇ ਹਨ, ਖੋਜੇ ਮਹੇਸ਼ਰ। ਕਹਿੰਦੇ ਹਨ ਨਾਨਕ ਜੀ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦਾ ਰੂਪ ਹੈ। ਵਾਹਿਗੁਰੂ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਉਹਦੇ ਕੋਲ ਇਤਨੇ ਅਮੁੱਲ ਗੁਣ ਹਨ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ, ਅਮੁੱਲ ਲਾਵੇ, ਅਮੁੱਲ ਲੈ ਜਾਏ, ਅਮੁੱਲ ਪਾਏ, ਅਮੁੱਲਾ ਸਮਾਏ। ਉਹਦੇ ਕੋਲ ਬੜੇ ਗੁਣ ਹਨ, ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਹੈ ਨਾ। ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਉਹਦੇ ਅੰਦਰ ਸਾਰੇ ਗੁਣ ਉਹਦੇ ਮਨ ਦੇ ਅੰਦਰ ਹੈਗੇ ਹਨ। ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ, ਇਸ ਭੇਦ ਨੂੰ ਕੌਣ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਉਸਨੂੰ ਹਮੇਸ਼ਾ ਹੀ ਨਮਸਕਾਰ ਹੈ। ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਹੈ। ਬ੍ਰਹਮ ਗਿਆਨੀ ਕਿਆ ਕਥਿਆ ਨ ਜਾਈ ਅਧਿਆਖਰ, ਅਦਾਖਰ, ਅਸੀਂ ਉਸ ਦੇ ਬਾਰੇ ਅੱਧਾ ਅਕਸ਼ਰ ਵੀ ਨਹੀਂ ਦੱਸ ਸਕਦੇ। ਸਾਡੇ ਕੋਲ ਐਸੇ ਸ਼ਬਦ, ਐਸੇ ਬੋਲ, ਐਸੀ ਭਾਸ਼ਾ, ਐਸੇ ਵਿਚਾਰ, ਐਸੀ ਸੋਚ ਨਹੀਂ ਹੈ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਉਹ ਸਾਰਿਆਂ ਦਾ ਠਾਕੁਰ ਹੈ। ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਉਹਦੀ ਮਿਤ ਕਿਵੇਂ ਬਖਾਣੀ ਜਾ ਸਕਦੀ, ਕਿੰਨਾ ਵੱਡਾ ਹੈ, ਉਹਨੂੰ ਮਾਪਿਆ ਨਹੀਂ ਜਾ ਸਕਦਾ।
ब्रह्म ज्ञानी की गत ब्रह्म ज्ञानी जाने गत, अंदर दी अवस्था गत नहीं जान सकते, है ना। ब्रह्म ज्ञानी की गत ब्रह्म ज्ञानी ही जान सकता है, दूसरा ब्रह्म ज्ञानी ही जान सकता है ना। ब्रह्म ज्ञानी का अंत न पार, ਉਹਦਾ अंत नहीं पाया जा सकता सारे गुणा दा, है ना। ब्रह्म ज्ञानी का अंत न पार ता सदा नमस्कार, सदा नमस्कार। ब्रह्म ज्ञानी सब श्रेष्ठ का करता। ਹੁਣ ਸਾਨੂੰ ਦੱਸਦੇ ਹਨ ਇਸ 8ਵੇਂ ਪਦੇ ਦੇ ਅੰਦਰ कि ब्रह्म ज्ञानी आप परमेश्वर है ना, सारी सृष्टि का करता है। ब्रह्म ज्ञानी सद जीवे नहीं मरता, हमेशा जिंदा है, मरदा नहीं। ब्रह्म ज्ञानी मुक्त जुक्त जी का दाता, मुक्ति दी राह दसन वाला दाता है। मुक्ति दी राह, मुक्ति दी राह, मुक्ति दी जुगत जुगती राह दसना। सानू बाणी राह दसती है, मुक्ति दी राह, है ना। ब्रह्म ज्ञानी सानू राह दसता है, मुक्त जुगत जी का दाता है, मुक्ति दी राह दसन वाला दाता है। पूरन पुरख विधाता है ना। हुणे ते परमेश्वर दी गल हो गई। ब्रह्म ज्ञानी का सब ऊपर हाथ, ब्रह्म ज्ञानी अनाथ का नाथ, जिसका कोई नहीं है ना, अनाथा दा नाथ है, स्वामी है, सब दे ऊपर उदा हाथ रखा होया है उसने। ब्रह्म ज्ञानी का सगल आकार, ब्रह्म ज्ञानी जो है वो सारे जो जगत दिख रहा है ना, वो सारा आकार वो पूरा रब है, रब है। ब्रह्म ज्ञानी आप निरंकार, कहते हैं वो तो आप निरंकार है, वो तो परमात्मा है। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का धनी। ब्रह्म ज्ञानी की जो शोभा है ना, महिमा, वो कोई ब्रह्म ज्ञानी ही दस सकता है। हे नानक ब्रह्म ज्ञानी सब जीवां दा मालक है। जिसनों ब्रह्म ज्ञान हो गया, परमात्मा दे बारे जिन्हों सब कुछ जानकारी हो गई, वो ब्रह्म ज्ञानी बन गया, वो परमात्मा दा रूप है ना। फिर वो ब्रह्म ज्ञानी होर लोकां नूं ज्ञान दे के, समदृष्टि दे के, ज्ञान दे अंदर साडे नेत्रां दे अंदर ज्ञान का अंजन पांदा है, मुक्ति की राह दसता है ना। वाहिगुरु जी इस अष्टपदी के अंदर जो गुण हैं, अगर असी ये 80 लाइनां है ना, 80 लाइन्स नूं लिख लईए, वो किन्ने गुण दसते हैं। अगर असी इन्हां गुणां नूं नोट कर लईए और अपने जीवन के अंदर, सोच के अंदर एक एक गुण नूं लै आईए, तो साडा जीवन बदल सकता है। साडी अंदरली यात्रा होर परमेश्वर के नेड़े पहुँच सकती है, परमेश्वर के दर पे पहुँच सकती है। असी ना बाणी पढ़ते हाँ, बाणी पढ़ते हाँ, है ना, बाणी पढ़ते हाँ और उसनों सिर्फ पढ़ के, सुन के, समझ के छड्ड देंदे हाँ, है ना। असी उसनों अपने अंदर धारण नहीं करते, है ना। तो सानू जदों जाना है ना बाणी दे कोल, तो सानू बाणी दे विचों मोती चुनने हैं, ब्रह्म ज्ञानी दे गुणां दे मोती, है ना, रतन पदार्थ नूं चुनना है और अपनी सोच के अंदर ले आना है, अपनी सोच नूं बदलना है ना। ब्रह्म ज्ञानी वाली सोच के अंदर असी प्रवेश करना है। ये सानू इहदे च शिक्षा मिलती है। बाणी पढ़दे हां, है ना, विचार करते हैं, बहुत सारिया भुल्लां गलतियां हो जांदियां हन, बख्श लैणियां। इसनूं बार बार सुनना और होर लोकां नूं भी शेयर करना, है ना, ये सारियां दा जीवन बदले। सुख मन्नी सुख अमृत प्रभ नाम,
ਭਗਤ ਜਨਾ ਕੈ ਮਨ ਵਿਸ਼ਰਾਮ। ਵਾਹਿਗੁਰੂ 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 ਵਾਹਿਗੁਰੂ।